Friends, today we are going to discuss about the topic of statistical physics and thermodynamics, that is the specific heat. The name of our topic is specific heat. Now specific heat, what is the specific heat? Actually होएगा कि specific heat is just the amount of heat required so that ਆਪਾਂ ਕਿਸੇ ਵੀ substance ਦਾ ਕਿਸੇ ਵੀ material ਦਾ temperature raise ਕਰ ਸਕੀਏ. We know that ना heat and temperature दोनों थोड़ियाँ different quantities है. Actually heat ਕੀ ਹੁੰਦਾ ਆਪਣੇ ਕੋਲ, that is the transfer of thermal energy between the molecules. And what will be the temperature? We know that temperature is the average kinetic energy of the molecules. So दोनों थोड़ियाँ different quantities है. Now the definition of the specific heat. What will be the specific heat? Actually, specific heat is the amount of heat required to raise the temperature of a unit mass of the material or the unit mass of the substance through 1 degree Celsius. ਜਸਟ ਆਪਾਂ ਨੂੰ ਚਾਹੀਦਾ ਕੀ ਹੈ, ਕੁਝ ਅਮਾਊਂਟ ਆਫ ਹੀਟ ਹੀ ਚਾਹੀਦੀ ਹੈ ਸੋ ਦੈਟ ਆਪਾਂ ਕਿਸੇ ਮਟੀਰੀਅਲ ਦਾ ਟੈਂਪਰੇਚਰ 1 ਡਿਗਰੀ ਨਾਲ ਰਾਈਜ਼ ਕਰ ਸਕੀਏ. ਫਾਈਨ, ਜ਼ਰੂਰੀ ਨਹੀਂ ਆਪਾਂ 1 ਡਿਗਰੀ ਨਾਲ ਸੈਲਸੀਅਸ ਨਾਲ ਹੀ ਕਰੀਏ. ਇਟ ਮੇ ਬੀ 1 ਕੈਲਵਿਨ ਔਰ ਟੈਂਪਰੇਚਰ ਮੇ ਬੀ 1 ਫਾਰਨਹਾਈਟ. ਠੀਕ ਹੈ, ਕਿਸੇ ਵੀ ਯੂਨਿਟ ਦੇ ਵਿੱਚ ਆਪਾਂ ਟੈਂਪਰੇਚਰ ਨੂੰ ਇਨਕਰੀਜ਼ ਕਰ ਸਕਦੇ ਹਾਂ. ਐਂਡ ਅਗਰ ਆਪਾਂ ਡਿਨੋਟ ਕਰਨਾ ਹੋਏ ਸਪੈਸੀਫਿਕ ਹੀਟ ਨੂੰ, ਆਪਾਂ ਇਹਨੂੰ ਸਮੋਲ ਲੈਟਰ ਸਮੋਲ ਸੀ ਦੇ ਨਾਲ ਡਿਨੋਟ ਕਰਾਂਗੇ. ਓਕੇ ਜੀ. ਨਾਓ ਦੀ ਮੈਥਮੈਟੀਕਲ ਡੈਫੀਨੇਸ਼ਨ ਆਫ ਦੀ ਸਪੈਸੀਫਿਕ ਹੀਟ. Mathematically we can say that C is equals to delta Q upon M delta T. Actually delta Q ਕੀ ਹੋਏਗਾ ਆਪਣੇ ਕੋਲ, that is the amount of heat. Actually the change in amount of heat ਜੋ ਆਪਾਂ ਨੂੰ ਚਾਹੀਦੀ ਹੈ, ਜੋ ਆਪਾਂ ਰਾਈਜ਼ ਕੀਤੀ ਹੋਈ ਹੈ so that ਆਪਣਾ ਟੈਂਪਰੇਚਰ ਵੀ ਰਾਈਜ਼ ਹੋ ਜਾਏ. small m ਕੀ ਹੈ, that is the amount of substance. ਠੀਕ ਹੈ, mass of the substance. It may be in kilograms, it may be in grams. Fine. Now delta T. ਡੈਲਟਾ ਟੀ ਕੀ ਹੋਏਗਾ ਆਪਣਾ, ਦੈਟ ਇਜ਼ ਦੀ ਰੇਜ਼ ਇਨ ਦੀ ਟੈਂਪਰੇਚਰ. ਜਿੰਨਾ ਵੀ ਆਪਣਾ ਟੈਂਪਰੇਚਰ ਰੇਜ਼ ਹੋਏਗਾ ਦੈਟ ਵਿਲ ਬੀ ਡਿਨੋਟਡ ਬਾਈ ਡੈਲਟਾ ਟੀ. ਹੁਣ ਦੇਖੋ ਆਪਾਂ ਨੂੰ ਪਤਾ ਹੈ ਸੌਰੀ ਵੀ ਨੋ ਦੈਟ ਜੋ ਆਪਣੇ ਡੈਲਟਾ ਕੀ ਹੋਇਆ ਦੈਟ ਇਜ਼ ਅਮਾਊਂਟ ਆਫ ਹੀਟ ਹੈ ਜੋ, ਅਗਰ ਉਹਦੇ ਯੂਨਿਟਸ ਦੇਖੀਏ ਵੀ ਨੋ ਦੈਟ ਇਹਦੇ ਯੂਨਿਟਸ ਹੁੰਦੇ ਆ ਸੇਮ ਐਜ਼ ਦੀ ਐਨਰਜੀ. ਫਾਈਨ, ਜੋ ਵੀ ਐਨਰਜੀ ਥਰਮਲ ਐਨਰਜੀ ਐਕਸਚੇਂਜ ਹੋ ਰਹੀ ਹੈ ਜਾਂ ਟਰਾਂਸਫਰ ਹੋ ਰਹੀ ਹੈ ਉਹਨੂੰ ਹੀ ਆਪਾਂ ਹੀਟ ਬੋਲਦੇ ਹਾਂ. ਸੋ ਓਬਵੀਅਸਲੀ ਜੋ ਵੀ ਯੂਨਿਟਸ ਹੋਣਗੇ ਤੁਹਾਡੇ ਹੀਟ ਦੇ ਵਿਲ ਬੀ ਐਗਜ਼ੈਕਟਲੀ ਸੇਮ ਐਜ਼ ਦੀ ਐਨਰਜੀ. ਸੋ ਵੀ ਨੋ ਦੈਟ ਆਪਣੇ ਯੂਨਿਟਸ ਜੋ ਹੁੰਦੇ ਹੈ, ਐਨਰਜੀ ਦੇ ਯੂਨਿਟਸ ਆਪਣੇ ਕੋਲ ਜਾਊਲ ਹੁੰਦੇ ਹੈ. ਸੋ ਓਬਵੀਅਸਲੀ ਮਾਸ ਨੂੰ ਅਗਰ ਆਪਾਂ ਕਿਲੋਗ੍ਰਾਮ ਦੇ ਵਿੱਚ ਲੈ ਲਈਏ, ਟੈਂਪਰੇਚਰ ਨੂੰ ਕੈਲਵਿਨ ਦੇ ਵਿੱਚ ਲੈ ਲਈਏ, ਸੋ ਦੈਟ ਆਪਣੇ ਜੋ ਵੀ ਯੂਨਿਟਸ ਹੋਣਗੇ ਸਪੈਸੀਫਿਕ ਹੀਟ ਦੇ ਦੈਟ ਵਿਲ ਬੀ ਜਾਊਲ ਪਰ ਕਿਲੋਗ੍ਰਾਮ ਪਰ ਕੈਲਵਿਨ. ਓਕੇ, ਅਗਰ SI ਸਿਸਟਮ ਦੀ ਗੱਲ ਕਰ ਰਹੇ ਹਾਂ, ਬਟ ਇਨ ਕੇਸ ਆਪਾਂ CGS ਸਿਸਟਮ ਦੀ ਗੱਲ ਕਰ ਰਹੇ ਹਾਂ ਦੈਨ ਯੂਨਿਟਸ ਵਿਲ ਬੀ ਕੈਲੋਰੀ ਪਰ ਗ੍ਰਾਮ ਪਰ ਸੈਲਸੀਅਸ ਪਰ ਡਿਗਰੀ ਸੈਲਸੀਅਸ. ਓਕੇ, ਸੋ ਅਗਰ ਆਪਾਂ ਡੈਲਟਾ ਕਿਊ ਨੂੰ ਵੀ ਲਿਖਣਾ ਚਾਹੀਏ, ਡੈਲਟਾ ਕਿਊ ਦੀ ਡੈਫੀਨੇਸ਼ਨ ਲਿਖਣੀ ਚਾਹੀਏ ਇਨ ਦੀ ਫॉर्म ਆਫ ਸਪੈਸੀਫਿਕ ਹੀਟ, ਇਟ ਵਿਲ ਬੀ ਡੈਲਟਾ ਕਿਊ ਇਜ਼ ਇਕੁਅਲਸ ਟੂ MC delta T. Fine. Now the next definition is that is the molar specific heat. Actually specific heat and molar specific heat दोनों definitions almost same ही हैं. ऊपर वाली जो definition की सी only specific heat that will be for the m kilogram of substance. But अगर आप molar specific heat की गल करते हैं, this is for the 1 mole of the substance. Fine. किलोग्राम नहीं लवांगे, ग्राम नहीं लवांगे, बट वी हैव टू कंसीडर दी 1 मोल ऑफ दी सबसटेंस. सो मोलर स्पैसिफिक हीट ਨੂੰ ਆਪਾਂ ਕਿਵੇਂ ਡਿਫਾਈਨ ਕਰਾਂਗੇ, ਦੈਟ ਇਟ ਇਜ਼ ਦੀ ਅਮਾਊਂਟ ਆਫ ਦੀ ਹੀਟ required to raise the temperature of the mole of the substance, 1 mole of the substance through 1 degree. ਮੀਨਿੰਗ ਕੀ ਹੋਏਗਾ, 1 mole substance ਹੈ ਤੁਹਾਡਾ, ਠੀਕ ਹੈ, ਉਹਨੂੰ ਜਿੰਨੀ ਵੀ ਅਮਾਊਂਟ ਆਫ ਹੀਟ ਚਾਹੀਦੀ ਹੋਏਗੀ 1 ਡਿਗਰੀ ਸੈਲਸੀਅਸ ਟੈਂਪਰੇਚਰ ਰੇਜ਼ ਕਰਨ ਦੇ ਲਈ, ਦੈਟ ਇਜ਼ ਨੋਨ ਐਜ਼ ਦੀ ਮੋਲਰ ਸਪੈਸੀਫਿਕ ਹੀਟ. ਫਾਈਨ. ਮੈਥਮੈਟਿਕਲੀ ਅਗਰ ਆਪਾਂ ਮੋਲਰ ਸਪੈਸੀਫਿਕ ਹੀਟ ਨੂੰ ਲਿਖਣਾ ਚਾਹੀਏ, ਇਟ ਕੈਨ ਬੀ ਡਿਨੋਟਡ ਬਾਈ ਦੀ ਲੈਟਰ ਕੈਪੀਟਲ C. ਸਿੰਪਲ ਸਪੈਸੀਫਿਕ ਹੀਟ ਨੂੰ ਆਪਾਂ ਸਮੋਲ c ਨਾਲ ਡਿਨੋਟ ਕਰਦੇ ਸੀ, ਬਟ ਜੋ ਤੁਹਾਡੀ ਮੋਲਰ ਸਪੈਸੀਫਿਕ ਹੀਟ ਹੋਏਗੀ ਦੈਟ ਵਿਲ ਬੀ ਡਿਨੋਟਡ ਬਾਈ ਦੀ ਕੈਪੀਟਲ C.
ਸੋ ਜੋ ਆਪਾਂ ਉੱਪਰ ਵਾਲੀ ਡੈਫੀਨੇਸ਼ਨ ਲਿਖੀ ਆ ਸਪੈਸੀਫਿਕ ਹੀਟ ਦੀ, ਸੇਮ ਉਸੇ ਤਰੀਕੇ ਨਾਲ ਆਪਾਂ ਮੋਲਰ ਸਪੈਸੀਫਿਕ ਹੀਟ ਦੀ ਡੈਫੀਨੇਸ਼ਨ ਵੀ ਲਿਖ ਸਕਦੇ ਹਾਂ। ਦੈਟ ਇਜ਼ capital C is equals to amount of heat change upon n into delta T। डेल्टा क्यू होएगा, डेल्टा की होएगा अपना अमाउंट ऑफ हीट एब्जॉर्ब, और जो भी हीट ਆਪਾਂ ਨੂੰ ਰਿਕੁਆਇਰਡ ਸੀ ਟੈਂਪਰੇਚਰ ਰੇਜ਼ ਕਰਨ ਦੇ ਲਈ ਉਹੀ ਡੈਲਟਾ क्यू ਹੋਏਗਾ। स्मॉल n ਕੀ ਹੈ, दैट इज़ द नंबर ऑफ द मोल्स। ठीक है, हाउ मैनी नंबर ऑफ मोल्स आर नीडेड टू रेज द टेम्परेचर ना। डेल्टा टी की है तो दैट इज़ द रेज इन टेम्परेचर। सो डेल्टा क्यू विल बी स्मॉल n सी डेल्टा टी। फाइन। एंड यूनिट्स की होणगे, लास्ट टाइम जो सिंपल स्पैसिफिक हीट की डेफिनेशन कर रहे सी ਉਹਦੇ ਵਿੱਚ ਆਪਾਂ जो भी यूज़ किया होया सी दैट वाज दी 1 ग्राम और 1 किलोग्राम ऑफ द सबसटेंस। नाउ जो हुण ਆਪਾਂ यूज़ कर रहे हैं दैट इज़ दी, हाँ जी, जो हुण ਆਪਾਂ यूज़ कर रहे हैं दैट इज़ दी 1 मोल ऑफ द सबसटेंस। सो मोल्स ਦੇ ਵਿੱਚ ਲੈ ਰਹੇ हैं, सो यूनिट्स की होणगे दैट विल बी जाउल पर मोल पर केल्विन इन दी SI सिस्टम ऑफ यूनिट। Now the next definition is molar specific heat at a constant volume। molar specific heat at a constant volume की होएगा, actually this is the amount of heat, define किवें करांगे, that is the amount of heat required to raise the temperature of 1 mole of substance through 1 degree at a constant volume। definition तो थोड़ी specific heat दी ही almost same ही होएगी, but requirement is that we have to consider the temperature is constant, sorry, volume of the system is considered to be constant। fine, सेम ही है, अमाउंट ऑफ हीट चाहिए ਆਪਾਂ ਨੂੰ कुछ ना कुछ टैंपरेचर रेज करने के लिए, बट द कंडीशन इज़ दैट वॉल्यूम मस्ट बी कॉन्सटेंट। सो जो भी थोड़ी स्पैसिफिक हीट होएगी दैट विल बी दी मोलर स्पैसिफिक हीट एट दी कॉन्सटेंट वॉल्यूम। हाँ जी, अगर आप मैथमेटिकली लिखना चाहिए जो थोड़ी मोलर स्पैसिफिक हीट एट कॉन्सटेंट वॉल्यूम है दैट विल बी डिनोटेड बाय दी CV। CV is the molar specific heat at the constant of volume। now next की होएगा, अगर मैथमेटिकली डेफिनेशन लिखना चाहिए CV is equals to कर्ल Q अपॉन कर्ल T at constant of volume। आउटसाइड दी ब्रैकेट एक V लिखा होया ना, दैट रिप्रेजेंट दी कॉन्स्टेंट वॉल्यूम। फाइन, पार्शियल डेरिवेटिव लिखा होया दैट इज़ कर्ल Q दैट रिप्रेजेंट दी चेंज इन अमाउंट ऑफ हीट। सो डेल्टा टी है तो कर्ल टी ना रिप्रेजेंट किया होया जो भी दैट इज़ द रेज इन टैंपरेचर, बट लिया होया आपां कॉन्स्टेंट वॉल्यूम। सो अगर आपां सैकेंड फॉर्म दे विच इनू रिप्रेजेंट करना चाहिए, सपोज द फर्स्ट लॉ ऑफ थर्मोडायनेमिक्स, अकॉर्डिंग टू द फर्स्ट लॉ ऑफ थर्मोडायनेमिक्स वी नो that that is dq is equals to du plus dw। dq तो की है दैट इज़ अमाउंट ऑफ हीट चेंज, du is the change in the internal energy and dw is the work done, amount of the work done ना। सो dw ਨੂੰ ਆਪਾਂ pdv भी लिख सकते हैं। p is the pressure, v is the volume। सो अगर ਆਪਾਂ सेकेंड फॉर्म ਦੇ ਵਿੱਚ ਲਿਖੀਏ फर्स्ट लॉ ऑफ थर्मोडायनेमिक्स ਨੂੰ, दैट इज़ नॉन एज dq is equals to du plus pdv। सो अगर थोड़ा मॉडिफाई करन दे लई इक्वेशन ऑफ CV बनाउण दे लई अगर आपां नूं कर्ल Q एंड कर्ल T ही चाहिए, सो दोनों साइड्स इन केस आपां dt नाल डिवाइड कर दिंदे हैं, दैन इट विल बी dq अपॉन dt इज इक्वल्स टू du अपॉन dt प्लस p dv अपॉन dt। फाइन, नाउ कंसीडरिंग द कॉन्स्टेंट ऑफ वॉल्यूम, बिकॉज आप मोलर स्पेसिफिक हीट एट कॉन्स्टेंट वॉल्यूम कर रहे हैं ना, सो वॉल्यूम अगर कांस्टेंट कंसीडर कर लिए सो इट विल बी dv इज इक्वल्स टू 0 बिकॉज v कांस्टेंट है। सो ऑब्वियसली v इन केस कांस्टेंट है, सो ऑब्वियसली dv 0 ही होएगा, देयर इज़ अ नो प्रॉब्लम। फाइन, नाउ द नेक्स्ट वन इज़ अगर अपने को dv 0 हो जाता दैन सेकेंड पार्ट है जो इक्वेशन वाला सेकेंड पार्ट है राइट हैंड साइड दैट विल बी 0 बिकॉज dv इज इक्वल्स टू 0। सो इट विल बी dq अपॉन dt इज इक्वल्स टू du अपॉन dt, बट एक्चुअली आप कंसीडर की किया होया वॉल्यूम इज़ कॉन्स्टेंट। सो जो भी थोड़ा कंप्लीट डेरिवेटिव है दैट कैन बी चेंज्ड इनटू दी
ਪਾਰਸ਼ੀਅਲ ਡੈਰੀਵੇਟਿਵ, ਬਿਕੋਜ਼ ਇੱਕ ਐਕਸਟਰਾ ਆਪਣੇ ਕੋਲ ਕੰਸੀਡਰੇਸ਼ਨ ਲੈ ਲਈ ਆਪਾਂ, ਦੈਟ ਇਜ਼ ਵੋਲਿਊਮ ਇਜ਼ ਕੌਂਸਟੈਂਟ। ਠੀਕ ਹੈ, ਵੋਲਿਊਮ ਕੌਂਸਟੈਂਟ ਕੰਸੀਡਰੇਸ਼ਨ ਲੈਣ ਦੇ ਨਾਲ ਜੋ ਤੁਹਾਡਾ ਕੰਪਲੀਟ ਡੈਰੀਵੇਟਿਵ ਹੋਏਗਾ ਦੈਟ ਵਿਲ ਬੀ ਕਨਵਰਟਡ ਇਨਟੂ ਪਾਰਸ਼ੀਅਲ ਡੈਰੀਵੇਟਿਵ। ਸੋ ਡੀ ਕਿਊ ਅਪੋਨ ਡੀ ਟੀ can be written as curl q upon curl t at the constant of volume. Fine. सेम अगर ਆਪਾਂ ਸੈਕਿੰਡ ਪਾਰਟ ਦੀ ਗੱਲ ਕਰੀਏ ਦੈਟ ਇਜ਼ ਡੀ ਯੂ ਅਪੋਨ ਡੀ ਟੀ, ਇਹਦੇ ਲਈ ਵੀ ਤਾਂ ਆਪਾਂ ਵੋਲਿਊਮ ਕੌਂਸਟੈਂਟ ਹੀ ਕੰਸੀਡਰ ਕੀਤਾ ਹੋਇਆ ਨਾ। ਸੋ ਇਟ ਇਜ਼ ਆਲਸੋ ਇਕੁਅਲਸ ਟੂ ਡੀ ਯੂ ਅਪੋਨ ਡੀ ਟੀ ਇਜ਼ ਇਕੁਅਲਸ ਟੂ ਕਰਲ ਯੂ ਅਪੋਨ ਕਰਲ ਟੀ ਐਟ ਕੌਂਸਟੈਂਟ ਆਫ ਵੋਲਿਊਮ। ਸੋ ਜੋ ਵੀ ਆਪਣੇ ਕੰਪਲੀਟ ਡੈਰੀਵੇਟਿਵ ਵਾਲੀ ਇਕੁਏਸ਼ਨ ਸੀ that can be converted into partial derivative just by considering the volume is constant. Fine. Now we know that according to the definition CV is equals to curl Q upon curl T at constant of volume, and जो A वाली factor है that is curl Q upon curl T at constant of volume, it is exactly equals to curl U upon curl T at constant of volume. So दोनों exactly same है. So obviously we can say that CV is equals to curl U upon curl T at constant of volume. Fine. So this is just the another definition of the specific heat. Fine. So that is the curl U upon curl T की represent करेगा, that represent the change in the internal energy with respect to the temperature at constant of volume. So mathematically दोनों definitions तुसी दे सकते हो। ठीक है जी।